ਵਿੱਚ ਐਸਟਰਾਜੈਨਕਾ ਵੈਕਸੀਨ ਦਾ ਟੀਕਾ ਲਗਵਾਏ ਜਾਣ ਤੋਂ ਬਾਅਦ ਕਥਿਤ ਤੌਰ ਉੱਤੇ ਕਲੌਟ ਬਣਨ ਕਾਰਨ ਮਹਿਲਾ ਦੀ ਹੋਈ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕੈਨੇਡੀਅਨਸ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਐਸਟਰਾਜੈਨਕਾ ਵੈਕਸੀਨ ਬਿਲਕੁਲ ਸੇਫ ਹੈ। ਹੈਲੀਫੈਕਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਆਖਿਆ ਕਿ ਉਹਨਾਂ ਨੂੰ ਅਜੇ ਵੀ ਵੈਕਸੀਨ ਵਿੱਚ ਪੂਰਾ ਭਰੋਸਾ ਹੈ। ਮੰਗਲਵਾਰ ਕਿਊਬੈਕ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਮੌਂਟਰੀਅਲ ਦੀ 34 ਸਾਲਾ ਮਹਿਲਾ ਦੀ ਮੌਤ ਬਲੱਡ ਕਲੌਟ ਦੇ ਕਾਰਨ ਹੋਈ ਸੀ। ਇਹ ਬਲੱਡ ਕਲੌਟ ਐਸਟਰਾਜੈਨਕਾ ਵੈਕਸੀਨ ਲੈਣ ਤੋਂ ਬਾਅਦ ਬਣਿਆ ਸੀ। ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੇ ਵੱਲੋਂ ਇਸ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਵਿੱਚ ਵਰਤੀ ਜਾਣ ਵਾਲੀ ਵੈਕਸੀਨ ਦੀ ਹਰੇਕ ਡੋਜ਼ ਹੈਲਥ ਕੈਨੇਡਾ ਵੱਲੋਂ ਸੇਫ ਕਰਾਰ ਦਿੱਤੀ ਜਾਂਦੀ ਹੈ। ਉਹਨਾਂ ਆਖਿਆ ਕਿ ਐਸਟਰਾਜੈਨਕਾ ਸਮੇਤ ਇੱਥੇ ਵਰਤੀਆਂ ਜਾਣ ਵਾਲੀਆਂ ਸਾਰੀਆਂ ਵੈਕਸੀਨਸ ਵਿੱਚ ਉਹਨਾਂ ਨੂੰ ਪੂਰਾ ਭਰੋਸਾ ਹੈ। ਉਹਨਾਂ ਇਹ ਵੀ ਆਖਿਆ ਕਿ ਪਿਛਲੇ ਹਫ਼ਤੇ ਉਹਨਾਂ ਨੇ ਆਪ ਐਸਟਰਾਜੈਨਕਾ ਦਾ ਟੀਕਾ ਲਗਵਾਇਆ ਸੀ ਤੇ ਉਹਨਾਂ ਨੂੰ ਇਸ ਵਿੱਚ ਕੋਈ ਹਿਚਕਚਾਹਟ ਵੀ ਨਹੀਂ ਹੋਈ। ਉਹਨਾਂ ਅੱਗੇ ਆਖਿਆ ਕਿ ਕਿਸੇ ਇਕੱਲੇ ਮਾਮਲੇ ਵਿੱਚ ਬਲੱਡ ਕਲੌਟ ਬਣਨ ਦਾ ਖਤਰਾ ਕੋਵਿਡ-19 ਨਾਲ ਜੁੜੇ ਖਤਰੇ ਤੋਂ ਕਿਤੇ ਘੱਟ ਹੈ। ਇਸ ਦੌਰਾਨ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਹੋਰਨਾਂ ਗਰੁੱਪਸ ਵੱਲੋਂ ਕੋਵਿਡ-19 ਵੈਕਸੀਨ ਨੂੰ ਦੇਸ਼ ਦੇ ਹੌਟਸਪੌਟ ਵਾਲੇ ਇਲਾਕਿਆਂ ਵਿੱਚ ਭੇਜਣ ਦੀ ਮੰਗ ਵੀ ਕੀਤੀ ਗਈ। ਪਰ ਜਸਟਿਨ ਟਰੂਡੋ ਤੋਂ ਇਹ ਪੁੱਛੇ ਜਾਣ ਉੱਤੇ ਕਿ ਕੀ ਉਹ ਪ੍ਰੋਵਿੰਸਸ ਤੋਂ ਲੈ ਕੇ ਹੌਟਸਪੌਟ ਵਾਲੇ ਇਲਾਕਿਆਂ ਵਿੱਚ ਵੈਕਸੀਨ ਭੇਜਣਗੇ ਤਾਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹ ਅਜਿਹੀ ਪਹੁੰਚ ਦੇ ਹੱਕ ਵਿੱਚ ਨਹੀਂ ਹਨ, ਸਗੋਂ ਉਹ ਪ੍ਰਤੀ ਵਿਅਕਤੀ ਵੈਕਸੀਨ ਦੀ ਵੰਡ ਦੇ ਹੱਕ ਵਿੱਚ ਨੇ। ਉਧਰ ਲਿਬਰਲ ਸਰਕਾਰ ਵੱਲੋਂ ਮਿਲਟਰੀ ਵਿੱਚ ਜਿਨਸੀ ਸ਼ੋਸ਼ਣ ਅਤੇ ਹੋਰ ਦੁਰਾਚਾਰਾਂ ਨਾਲ ਨਜਿੱਠਣ ਲਈ ਇੱਕ ਸੁਤੰਤਰ ਜਾਂਚ ਕਰਵਾਈ ਜਾਵੇਗੀ। ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਲੂਇਸ ਆਰਬਰ ਇਸ ਦੀ ਅਗਵਾਈ ਕਰਨਗੇ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਜ ਆਰਬਰ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਬੀਤੇ 3 ਮਹੀਨਿਆਂ ਦੌਰਾਨ ਕੈਨੇਡੀਅਨ ਆਰਮਡ ਫੋਰਸਿਸ ਦੇ ਚੋਟੀ ਦੇ ਕਮਾਂਡਰਾਂ ਉੱਤੇ ਅਣਉਚਿਤ ਵਿਹਾਰ ਦੇ ਇਲਜ਼ਾਮਾਂ ਦੀਆਂ ਖਬਰਾਂ ਸੁਰਖੀਆਂ ਵਿੱਚ ਰਹੀਆਂ ਨੇ। ਆਰਬਰ ਮਨੁੱਖੀ ਅਧਿਕਾਰਾਂ ਲਈ ਸੰਯੁਕਤ ਰਾਸ਼ਟਰ ਦੇ ਸਾਬਕਾ ਹਾਈ ਕਮਿਸ਼ਨਰ ਹਨ ਅਤੇ ਉਹਨਾਂ ਨੂੰ ਪੀੜਤਾਂ ਦੇ ਸਹਿਯੋਗ, ਆਰਮਡ ਫੋਰਸਿਸ ਵਿੱਚ ਦੁਰਾਚਾਰ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਇੱਕ ਸੁਤੰਤਰ ਸਿਸਟਮ ਨੂੰ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਵਿੱਚ ਮਿਲਟਰੀ ਵਿੱਚ ਭਰਤੀ, ਸਕਰੀਨਿੰਗ ਅਤੇ ਸਰਵਿਸ ਦੇ ਮੈਂਬਰਾਂ ਦੀ ਟ੍ਰੇਨਿੰਗ, ਇਹੋ ਜਿਹੀਆਂ ਸ਼ਿਕਾਇਤਾਂ ਨਾਲ ਨਜਿੱਠਣ ਦੀ ਬਿਹਤਰ ਕਾਰਜਗੁਜ਼ਾਰੀ ਅਤੇ ਪੀੜਤਾਂ ਨੂੰ ਪ੍ਰਦਾਨ ਕੀਤੇ ਜਾਂਦੇ ਸਹਿਯੋਗ ਅਤੇ ਦੋਸ਼ੀਆਂ ਦੀ ਜਾਂਚ ਅਤੇ ਸਜ਼ਾ ਦੀ ਕਾਰਵਾਈ ਵੀ ਸ਼ਾਮਿਲ ਹੈ। ਤੁਹਾਨੂੰ ਦੱਸ ਦਈਏ ਕਿ ਆਰਬਰ ਵਿਅਕਤੀਗਤ ਕੇਸਾਂ ਦੀ ਪੜਚੋਲ ਨਹੀਂ ਕਰਨਗੇ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫਿਲਹਾਲ ਸਰਗਰਮ ਸੈਨਿਕ ਪੁਲਿਸ ਜਾਂਚ ਅਧੀਨ ਹਨ, ਪਰ ਇਸ ਦੀ ਬਜਾਏ ਇਸ ਬਾਰੇ ਸਿਫਾਰਸ਼ਾਂ ਕਰਨਗੇ ਕਿ ਮਿਲਟਰੀ ਕਿਵੇਂ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ। We know we must transform the culture of the defense team to one of dignity and respect. And we need to put in place an external reporting system outside of the chain of command to begin rebuilding confidence. These changes must be comprehensive, and most importantly, they must be lasting. And it must address the systemic challenges at the root of the problem: abuses of power, discrimination, biases, harmful stereotypes. It is why Madam Louise Arbour, former Supreme Court Justice, has agreed to lead an independent external comprehensive review of our institutional policies and culture. Over the coming months, we expect Madam Arbour to provide concrete recommendations on how the Canadian Armed Forces and the Department of National Defence can set up an independent external reporting system for defense team members that meets the needs of those who have been impacted by sexual misconduct. This system needs to be focused on those who have been impacted by misconduct, be responsive to their needs, and be outside of the chain of command and the Department of National Defence. Anything less cannot be accepted. Anything less will not be accepted. Madam Arbour and her team will provide significant direction on how we must evolve to support affected people, and how we can ensure that every incident is handled appropriately. Part of this work also includes looking at the current structures of the Canadian Armed Forces and the Department of National Defence and the Sexual Misconduct Response Centre to see how we can strengthen them to provide greater confidence to those who need support. She will also examine the performance evaluation and promotion system in the Canadian Armed Forces, with a focus on how leaders are selected and trained. This review will also look at the military justice systems, policies, procedures, and practices to see how we can make this system more responsive to the needs of those who have experienced misconduct while holding perpetrators accountable. As Madam Arbour works, and this is important, she will be able to provide interim recommendations that the Department of National Defence and the Canadian Armed Forces commit to acting upon. And as we continue our work with the defence team,
we will also create a new organization, the Chief of Professional Conduct and Culture, under the leadership of Lieutenant General Jenny Carrion. This team will be responsible for creating the conditions for cultural transformation by unifying, integrating, and coordinating our ongoing efforts across the Department of National Defence and the Canadian Armed Forces. ਤੇ ਇਧਰ BC ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੋਵਿਡ-19 ਦੇ 874 ਕੇਸ ਸਾਹਮਣੇ ਆਏ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਕੋਵਿਡ-19 ਦੇ ਨਵੇਂ ਕੇਸਾਂ ਦੀ ਪੁਸ਼ਟੀ ਹੋ ਜਾਣ ਨਾਲ ਹੁਣ ਇਸ ਮਹਾਮਾਰੀ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਕੁੱਲ ਗਿਣਤੀ 1,28,763 ਹੋ ਗਈ ਹੈ। ਸਿਹਤ ਅਧਿਕਾਰੀ ਅਨੁਸਾਰ ਤਾਜ਼ਾ ਸਥਿਤੀ ਇਸ ਤਰ੍ਹਾਂ ਕਿ ਵੈਨਕੂਵਰ ਕੋਸਟਲ ਹੈਲਥ 187, ਫਰੇਜ਼ਰ ਹੈਲਥ ਰੀਜਨ ਵਿੱਚ 574, ਵੈਨਕੂਵਰ ਆਈਲੈਂਡ ਲਈ 29, ਅੰਦਰਲੇ ਹਿੱਸੇ ਵਿੱਚ 60 ਤੇ ਉੱਤਰੀ ਵੈਨਕੂਵਰ ਵਿੱਚ 24 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹਨ। 7 ਐਕਟਿਵ ਆਊਟਬ੍ਰੇਕਸ ਵੀ ਦੱਸੀਆਂ ਗਈਆਂ। ਸੂਬੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਕੋਵਿਡ-19 ਨਾਲ ਇੱਕ ਨਵੀਂ ਮੌਤ ਹੋਈ ਹੈ ਤੇ ਮੌਤਾਂ ਦੀ ਕੁੱਲ ਗਿਣਤੀ 1,577 ਹੋ ਗਈ ਹੈ। ਅੱਜ ਬਰੀਫਿੰਗ ਦੇ ਦੌਰਾਨ ਡਾਕਟਰ ਬੋਨੀ ਹੈਨਰੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ 503 ਪੀੜਤ ਵਿਅਕਤੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ 178 ਮਰੀਜ਼ਾਂ ਦੀ ICU ਦੇ ਵਿੱਚ ਦੇਖਭਾਲ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ ਘਟ ਰਹੀ ਹੈ। ਉਹਨਾਂ ਆਖਿਆ ਕਿ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਵੀ BC ਪਹੁੰਚ ਰਹੀ ਹੈ, ਜਿਸ ਬਾਰੇ ਅਗਲੇ ਹਫਤੇ ਦੇ ਸ਼ੁਰੂ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ। Are in. So we do have 874 new people who've been diagnosed with COVID-19 in British Columbia, bringing our total to 128,763 people who've been diagnosed with COVID-19. That includes 187 people in the Vancouver Coastal Health Region, 574 people in the Fraser Health Region, 29 people who live in Vancouver Island Health, 60 people in Interior Health, and 24 people in the Northern Health Region. We don't have the active cases and some of the people under public health monitoring at the moment, but those will be updated on the BC CDC dashboard later this afternoon. Of the cases that we have in BC, 503 people are in hospital right now with COVID-19, 178 of whom are in critical care or ICU. We have 7 active outbreaks in long-term care, assisted living or independent living, and 6 in acute care. We've had an additional 1 death, one person who's died from COVID-19 in the last 24 hours in the Interior Health Region, bringing the total number of people in British Columbia who've died from COVID-19 to 1,577. Our condolences go again to all of the people who have lost loved ones, to their family members, to their care providers. Our thoughts are with you during these difficult times. BC ਕੋਰੋਨਰ ਸਰਵਿਸਿਜ਼ ਨੇ ਮਾਰਚ ਮਹੀਨੇ ਦੇ ਓਵਰਡੋਜ਼ ਸੰਬੰਧੀ ਮੌਤਾਂ ਦੇ ਅੰਕੜੇ ਸਾਂਝੇ ਕੀਤੇ ਨੇ। ਸੂਬੇ ਵਿੱਚ ਸਾਲ ਦੇ ਤੀਜੇ ਮਹੀਨੇ ਦੇ ਦੌਰਾਨ 158 ਲੋਕਾਂ ਨੇ ਓਵਰਡੋਜ਼ ਕਾਰਨ ਜਾਨ ਗਵਾ ਦਿੱਤੀ ਹੈ। ਇਹ ਸੂਬੇ ਵਿੱਚ ਲਗਾਤਾਰ 12ਵਾਂ ਮਹੀਨਾ ਜਦ ਓਵਰਡੋਜ਼ ਸੰਬੰਧੀ 100 ਤੋਂ ਵਧੇਰੇ ਮੌਤਾਂ ਰਿਪੋਰਟ ਹੋਈਆਂ ਹਨ। ਮਾਰਚ 2020 ਦੇ ਮੁਕਾਬਲੇ ਇਸ ਨੂੰ ਮੌਤਾਂ ਵਿੱਚ 41% ਦਾ ਵਾਧਾ ਦੱਸਿਆ ਗਿਆ। ਬੀਤੇ ਸਾਲ ਮਾਰਚ ਦੇ ਮਹੀਨੇ ਵਿੱਚ ਓਵਰਡੋਜ਼ ਸੰਬੰਧੀ ਮੌਤਾਂ ਦੀ ਗਿਣਤੀ 112 ਰਹੀ ਸੀ ਤੇ ਹੁਣ ਇਸ ਸਾਲ ਦੇ ਦੌਰਾਨ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੀ ਗਿਣਤੀ 498 ਤੱਕ ਪਹੁੰਚ ਗਈ ਹੈ। ਇਸ ਅੰਕੜੇ ਦੇ ਨਾਲ ਹੁਣ BC ਵਿੱਚ ਲਗਾਤਾਰ ਤੀਜਾ ਮਹੀਨਾ ਜਦ ਔਸਤ ਅਨੁਸਾਰ ਹਰ ਰੋਜ਼ 5 ਲੋਕਾਂ ਨੇ ਓਵਰਡੋਜ਼ ਕਾਰਨ ਜਾਨ ਗਵਾ ਦਿੱਤੀ। ਕੋਰੋਨਰ ਸਰਵਿਸ ਦਾ ਕਹਿਣਾ ਹੈ ਕਿ ਇਸ ਸਾਲ 48 ਓਵਰਡੋਜ਼ ਸੰਬੰਧੀ ਮੌਤਾਂ ਵਿੱਚ ਕਾਰਫੈਂਟਨਲ ਨੂੰ ਅਹਿਮ ਫੈਕਟਰ ਦੱਸਿਆ ਗਿਆ। ਇਸ ਨੂੰ ਫੈਂਟਨਲ ਦੇ ਮੁਕਾਬਲੇ 100 ਗੁਣਾ ਵਧੇਰੇ ਹਾਨੀਕਾਰਕ ਦੱਸਿਆ ਜਾਂਦਾ ਹੈ। ਇਸ ਨਾਲ ਸੰਬੰਧਿਤ ਸਾਲ 2020 ਵਿੱਚ ਕੁੱਲ 65 ਮੌਤਾਂ ਰਿਪੋਰਟ ਕੀਤੀਆਂ ਗਈਆਂ ਸਨ। BC ਚੀਫ ਕੋਰੋਨਰ ਲੀਜ਼ਾ ਲਪੋਇੰਟ ਦਾ ਕਹਿਣਾ ਹੈ ਕਿ ਬਹੁਤੇ ਓਵਰਡੋਜ਼ ਪੀੜਤ 30 ਤੋਂ 59 ਸਾਲ ਦੇ ਦਰਮਿਆਨ ਦੇ ਆਦਮੀ ਹਨ। ਇਸ ਸਾਲ ਸਭ ਤੋਂ ਵੱਧ ਡੈਥ ਰੇਟ ਨੌਰਦਰਨ ਹੈਲਥ ਰੀਜਨ ਵਿੱਚ ਰਿਪੋਰਟ ਹੋਇਆ, ਜਿੱਥੇ ਪ੍ਰਤੀ 1 ਲੱਖ ਲੋਕਾਂ ਵਿੱਚ ਅਜਿਹੀਆਂ 57 ਮੌਤਾਂ ਰਿਪੋਰਟ ਹੋਈਆਂ ਨੇ। ਵੈਨਕੂਵਰ ਕੋਸਟਲ ਹੈਲਥ ਵਿੱਚ ਪ੍ਰਤੀ 1 ਲੱਖ ਲੋਕਾਂ ਤੇ ਓਵਰਡੋਜ਼ ਸੰਬੰਧੀ 45 ਮੌਤਾਂ ਰਿਪੋਰਟ ਹੋਈਆਂ। ਸਰੀ ਵਿੱਚ ਪਿਛਲੇ 1 ਹਫ਼ਤੇ ਦੇ ਦੌਰਾਨ ਜ਼ਹਿਰੀਲੇ ਡਰੱਗਸ ਕਾਰਨ 6 ਮੌਤਾਂ ਹੋ ਜਾਣ ਤੇ ਚਿੰਤਾ ਪ੍ਰਗਟ ਕਰਦਿਆਂ ਸਰੀ RCMP ਨੇ ਡਰੱਗਸ ਦੇ ਆਦੀ ਲੋਕਾਂ ਨੂੰ ਸੁਚੇਤ ਕੀਤਾ ਕਿ ਕੋਈ ਵੀ ਡਰੱਗ ਇਕੱਲਿਆਂ ਨਾ ਲਈ ਜਾਵੇ, ਸਗੋਂ ਕਿਸੇ ਦੀ ਮੌਜੂਦਗੀ ਵਿੱਚ ਹੀ ਇਸ ਦੀ ਵਰਤੋਂ ਕੀਤੀ ਜਾਵੇ। ਸਰੀ RCMP ਅਨੁਸਾਰ ਅਪ੍ਰੈਲ 21 ਤੋਂ 27 ਅਪ੍ਰੈਲ ਦੇ ਦਰਮਿਆਨ ਸਰੀ ਵਿੱਚ 6 ਮੌਤਾਂ ਹੋ ਚੁੱਕੀਆਂ ਨੇ ਤੇ ਮੰਨਿਆ ਜਾ ਰਿਹਾ ਕਿ ਇਹਨਾਂ ਮੌਤਾਂ ਦਾ ਕਾਰਨ ਜ਼ਹਿਰੀਲੇ ਡਰੱਗਸ ਦਾ ਸੇਵਨ ਕਰਨਾ ਹੈ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਮੌਤਾਂ ਦਾ ਕਾਰਨ ਇੱਕੋ ਜਗ੍ਹਾ ਤੋਂ ਲਈਆਂ ਗਈਆਂ ਡਰੱਗਸ ਸਨ ਜਾਂ ਨਹੀਂ। ਤਾਂ
ਦੱਸ ਦਈਏ ਕਿ ਡਰੱਗਸ ਕਾਰਨ ਮਰਨ ਵਾਲੇ 6 ਵਿੱਚੋਂ 5 ਵਿਅਕਤੀ ਆਪਣੀ ਪ੍ਰਾਈਵੇਟ ਰਿਹਾਇਸ਼ ਵਿੱਚ ਮ੍ਰਿਤਕ ਮਿਲੇ ਸਨ। ਪੁਲਿਸ ਵੱਲੋਂ ਜਾਰੀ ਕੀਤੀ ਜਾਣਕਾਰੀ ਦੇ ਅਨੁਸਾਰ ਸਿਰਫ ਅਪ੍ਰੈਲ ਮਹੀਨੇ ਦੌਰਾਨ ਹੀ ਸਰੀ ਵਿੱਚ 20 ਲੋਕ ਓਵਰਡੋਜ਼ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਸਾਲ 2021 ਦੇ ਪਹਿਲੇ 4 ਮਹੀਨਿਆਂ ਵਿੱਚ ਹੀ ਸਰੀ ਵਿੱਚ ਓਵਰਡੋਜ਼ ਕਾਰਨ 70 ਮੌਤਾਂ ਹੋ ਚੁੱਕੀਆਂ ਨੇ, ਜਦਕਿ ਪੂਰੀ BC ਦੇ ਵਿੱਚ 498 ਮੌਤਾਂ ਰਿਪੋਰਟ ਕੀਤੀਆਂ ਗਈਆਂ। ਤੇ ਉਧਰ ਓਨਟਾਰੀਓ ਵੱਲੋਂ ਫੇਜ਼ 2 ਦੇ ਵੈਕਸੀਨ ਪਲਾਨ ਵਿੱਚ ਕੁਝ ਤੇਜ਼ੀ ਤੇ ਤਬਦੀਲੀ ਲਿਆਂਦੀ ਜਾ ਰਹੀ ਹੈ। ਸੂਬੇ ਦੇ ਸਾਰੇ 18 ਸਾਲ ਤੋਂ ਵਧੇਰੀ ਉਮਰ ਦੇ ਲੋਕ ਵੈਕਸੀਨ ਸ਼ਾਟ ਦੇ ਲਈ ਬੁੱਕ ਕਰਵਾ ਸਕਣਗੇ। ਅਜਿਹਾ ਮਈ 24 ਦੇ ਹਫ਼ਤੇ ਤੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਓਨਟਾਰੀਓ ਵੱਲੋਂ ਕੋਵਿਡ-19 ਦੀਆਂ ਵੈਕਸੀਨ ਖੁਰਾਕਾਂ ਦੀ ਅੱਧੀ ਸਪਲਾਈ ਹੌਟਸਪੌਟ ਖੇਤਰਾਂ ਵਿੱਚ ਕੀਤੀ ਜਾਵੇਗੀ। ਇਸ ਦੇ ਨਾਲ ਵਧੇਰੇ ਪ੍ਰਭਾਵਿਤ ਇਲਾਕਿਆਂ ਵਿੱਚ ਵਾਇਰਸ ਨਾਲ ਲੜਾਈ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਹਾਲ ਦੀ ਘੜੀ ਹੌਟਸਪੌਟਸ ਤੱਕ 25% ਵੈਕਸੀਨ ਖੁਰਾਕਾਂ ਦੀ ਸਪਲਾਈ ਹੋ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸੂਬੇ ਵਿੱਚ ਮਈ 17 ਦੇ ਹਫ਼ਤੇ ਤੋਂ ਵੈਕਸੀਨ ਦੀ ਪਰ ਕੈਪੀਟਾ ਵੰਡ ਸ਼ੁਰੂ ਹੋ ਜਾਵੇਗੀ। ਕੱਲ ਤੋਂ ਸੂਬੇ ਵਿੱਚ ਮਾਸ ਵੈਕਸੀਨੇਸ਼ਨ ਕਲੀਨਿਕ ਵਿੱਚ 55 ਸਾਲ ਅਤੇ ਉਸ ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਵੈਕਸੀਨ ਪ੍ਰਦਾਨ ਕਰਨੀ ਸ਼ੁਰੂ ਹੋ ਜਾਵੇਗੀ। ਓਨਟਾਰੀਓ ਨੇ ਕੋਵਿਡ-19 ਸੰਬੰਧੀ ਇੱਕ ਮੰਦਭਾਗਾ ਅੰਕੜਾ ਪਾਰ ਕਰ ਲਿਆ। ਅੱਜ ਸੂਬੇ ਵਿੱਚ ਇਸ ਪੈਂਡੈਮਿਕ ਦੇ ਨਾਲ ਸੰਬੰਧਿਤ ਮੌਤਾਂ ਦੀ ਗਿਣਤੀ 8000 ਦੇ ਪਾਰ ਹੋ ਗਈ ਹੈ। ਅੱਜ ਸੂਬੇ ਵਿੱਚ 41 ਮੌਤਾਂ ਦੀ ਰਿਪੋਰਟ ਹੋਈ, ਜਿਸ ਦੌਰਾਨ ਸੂਬੇ ਵਿੱਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 8000 ਤੋਂ ਵਧੀ। ਅੱਜ ਓਨਟਾਰੀਓ ਵਿੱਚ 3871 ਮਾਮਲੇ ਰਿਪੋਰਟ ਹੋਏ ਤਾਂ ਦੱਸ ਦਈਏ ਓਨਟਾਰੀਓ ਵਿੱਚ ਵਾਇਰਸ ਸੰਬੰਧੀ ਰਿਪੋਰਟ ਹੋਣ ਵਾਲੇ ਮਾਮਲਿਆਂ ਦੀ ਕੁੱਲ ਗਿਣਤੀ 1.5 ਲੱਖ ਤੋਂ ਵਧੇਰੇ ਹੋ ਚੁੱਕੀ ਹੈ। This targeted, time-limited approach is designed to reduce COVID-19 cases, hospitalizations, and deaths in our most at-risk communities. At the same time, an increased supply of vaccines mean we will not be taking away vaccines from other public health regions. Their allocations will remain the same as previously planned and will increase later in May. More predictable supply from the federal government also allows the province to provide more certainty in its vaccine rollout and when Ontarians can expect to receive the vaccine. To that end, as of April 30th at 8 a.m., individuals aged 55 and over across the province will now be eligible to book their appointment through our provincial booking system. We will continue to expand booking eligibility across the province throughout the month of May, with individuals aged 18 and older eligible to book through the provincial booking system as early as the week of May 24th. This is exciting news. The way out of the pandemic is vaccines, and the light at the end of the tunnel grows brighter every day. However, until the majority of Ontarians have received both doses of the vaccine, we all must continue to follow the public health measures we know work and keep us safe. The best vaccine remains the first one you're offered, and I strongly encourage everyone to book an appointment as soon as their turn. By doing so, we can protect our families, friends, and loved ones and stop the spread of COVID-19.